ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਪਿਛਲੇ ਹਫਤੇ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿ ਪੰਜਾਬੀ ਮਾਰਕੀਟ ਦੀ ਹੋਂਦ ਕਿਵੇਂ ਮਜ਼ਬੂਤ ਹੋਈ ਤੇ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਪ੍ਰਫੁੱਲਤ ਹੋਈ। ਇਹ ਉਹ ਸੈਂਟਰ ਸੀ ਜਿੱਥੇ ਕਿ ਹਰ ਇੱਕ ਸਿਆਸਤਦਾਨ, ਹਰ ਇੱਕ ਉਹ ਵਿਅਕਤੀ ਆ ਕੇ ਵੇਖਣਾ ਚਾਹੁੰਦਾ ਸੀ ਕਿ ਪੰਜਾਬੀ ਕਿਵੇਂ ਇੱਥੇ ਇੰਨੇ ਕਾਮਯਾਬ ਹੋ ਰਹੇ ਨੇ। ਪਿਛਲੇ ਹਫਤੇ ਸਾਡੇ ਨਾਲ ਸੁੱਚਾ ਸਿੰਘ ਕਲੇਰ, ਜਿਨ੍ਹਾਂ ਨੇ ਕਿ ਆਪਣੀ ਪਹਿਲੀ ਸ਼ਾਪ ਖੋਲ੍ਹੀ ਸੀ, ਇੱਥੇ ਆ ਕੇ ਦੱਸਿਆ ਸੀ ਉਹਨਾਂ ਨੇ ਕਿ ਕਿਵੇਂ ਇਹ ਪ੍ਰਫੁੱਲਤ ਹੋਈ। ਪਰ ਅੱਜ ਅਸੀਂ ਜੋ ਕੁਝ ਦੇਖ ਰਹੇ ਹਾਂ ਕਿ ਇਹ ਮਾਰਕੀਟ ਇੱਕ ਤਰ੍ਹਾਂ ਦੀ ਖਤਮ ਹੋ ਚੁੱਕੀ ਹੈ। ਇਹ ਮਾਰਕੀਟ ਦੀ ਬਜਾਏ ਹੁਣ ਸਰੀ ਜੋ ਹੈ ਇੱਕ ਮੇਜਰ ਸੈਂਟਰ ਬਣ ਚੁੱਕਿਆ ਹੈ ਪੰਜਾਬੀਆਂ ਦੀ ਸ਼ਾਪਸ ਦਾ। ਕੀ ਕਾਰਨ ਹੋਏ ਕਿ ਉੱਥੋਂ ਲੋਕ ਇੱਥੇ ਆਉਣੇ ਸ਼ੁਰੂ ਹੋਏ ਤੇ ਇਹ ਮਾਰਕੀਟਸ ਕਿਵੇਂ ਡਿਮਾਈਸ ਇਸ ਦੀ ਹੋਈ ਸ਼ੁਰੂ ਤੇ ਕੀ ਹੁਣ ਵੀ ਇਸ ਵਾਸਤੇ ਕੁਝ ਕੀਤਾ ਜਾ ਰਿਹਾ ਹੈ? ਇਸ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਸੁੱਚਾ ਸਿੰਘ ਕਲੇਰ ਨਾਲ। ਜੀ ਹਾਂ ਜੀ, ਵਾਂਸ ਅਗੇਨ ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਜੀ। ਵੈਲਕਮ। ਸੋ ਲਾਸਟ ਹਫਤੇ ਜਿਹੜੇ ਤੁਸੀਂ ਗੱਲਬਾਤ ਕੀਤੀ ਸੀ ਜੀ ਕਿ ਇਹ ਇਵੋਲਵ ਹੋਈ, ਬੜੀ ਪ੍ਰਫੁੱਲਤ ਹੋਈ, ਸਭ ਕੁਝ ਹੋਇਆ ਅਤੇ ਸਰੀ ਅਣਜਾਣ ਸ਼ਹਿਰ ਜਿਹੜਾ ਹੈ ਅੱਜ ਇੱਕ ਮੇਜਰ ਸੈਂਟਰ ਬਣ ਗਿਆ ਪੰਜਾਬੀਆਂ ਦਾ। ਇਹ ਮਾਰਕੀਟ ਕਿਵੇਂ ਖਤਮ ਹੋਈ ਤੇ ਕਿਸ ਤਰੀਕੇ ਨਾਲ ਇੱਥੇ ਲੋਕਾਂ ਨੇ ਆਉਣਾ ਸ਼ੁਰੂ ਕੀਤਾ? ਹਰਪ੍ਰੀਤ ਸਿੰਘ 1984-95 ਦੇ ਵਿੱਚ ਹੈ ਜਿਹੜੀ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਸੀ ਉਹਦੇ ਵਿੱਚ ਬੂਮ ਆਇਆ ਜੀ, ਪ੍ਰਾਈਸਾਂ ਇੱਕਦਮ ਰਾਈਜ਼ ਹੋ ਗਈਆਂ ਵੈਨਕੂਵਰ ਦੇ ਵਿੱਚ ਖਾਸ ਤੌਰ ਤੇ, ਕਿਉਂਕਿ ਜਿਸ ਤਰ੍ਹਾਂ ਮੈਂ ਦੱਸਿਆ ਵੀ ਸਰੀ ਦੇ ਵਿੱਚ ਆਪਣੀ ਕਮਿਊਨਿਟੀ ਰਹਿੰਦੀ ਨਹੀਂ ਸੀ, ਵੈਨਕੂਵਰ ਰਹਿੰਦੀ ਸੀ। ਉਹਨਾਂ ਸਾਲਾਂ ਦੇ ਵਿੱਚ ਪ੍ਰਾਪਰਟੀ ਦੀ ਜਿਹੜੀ ਵੈਲਿਊ ਸੀਗੀ ਉਹ ਸਰੀ ਦੇ ਵਿੱਚ ਘਰਾਂ ਦੀ ਕੀਮਤ ਬਹੁਤ ਥੋੜੀ ਸੀ। ਕੀ ਹੋਇਆ, ਵੈਨਕੂਵਰ ਦੇ ਜਿਹੜੇ ਰੈਜ਼ੀਡੈਂਸ਼ੀਅਲ ਲੋਕ ਜਿਹੜੇ ਰਹਿੰਦੇ ਸੀ ਉੱਥੇ, ਉਹਨਾਂ ਨੇ ਕਿਹਾ ਚਲੋ ਸਰੀ ਦੇ ਵਿੱਚ ਨਵੇਂ ਘਰ ਬਣਦੇ ਆ, ਲੱਖ 1.5 ਲੱਖ ਨੂੰ ਘਰ ਆ ਜਾਂਦਾ, ਤੇ ਵੈਨਕੂਵਰ ਦੇ ਵਿੱਚ ਉਹਨਾਂ ਦੇ ਵਿੱਚ 3 ਲੱਖ ਨੂੰ ਘਰ ਵਿਕਦਾ ਸੀ। ਤੇ ਉਹ ਨਾਲੇ ਤਾਂ ਵਧੀਆ ਨਵਾਂ ਘਰ ਵੀ ਇੱਥੇ ਲੈ ਲੈਣਾ, ਸਰੀ ਦੇ ਵਿੱਚ 1.5 ਲੱਖ ਜੇਬ ਦੇ ਵਿੱਚ ਪਾ ਲੈਣਾ, ਤੇ ਉਹ 1.5 ਲੱਖ ਜਿਹੜਾ ਸੀਗਾ ਉਹ ਉਹਨਾਂ ਨੇ ਕਿਤੇ ਨਾ ਕਿਤੇ ਇਨਵੈਸਟ ਕਰਨਾ ਹੀ ਸੀ। ਤੇ ਜਿਉਂ-ਜਿਉਂ ਪਾਪੂਲੇਸ਼ਨ ਸਰੀ ਦੇ ਵਿੱਚ ਵੱਧਦੀ ਗਈ, ਵੈਨਕੂਵਰ ਤੋਂ ਮੂਵ ਹੁੰਦੀ ਗਈ। ਦੂਜਾ ਰੀਜਨ ਇਹ ਹੋਇਆ ਕਿ ਉਹਨਾਂ ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਵੀ ਆਉਣੀ ਜ਼ਿਆਦਾ ਹੋ ਗਈ, ਜਿਹੜੀ ਸਪੌਂਸਰਸ਼ਿਪ ਦੇ ਸੀ, ਜਦੋਂ ਪੇਰੈਂਟਸ ਆਏ, ਪੇਰੈਂਟਸ ਦੇ ਨਾਲ ਬੱਚੇ ਆਏ ਸੀ। ਜਿਹੜਾ ਬੰਦਾ ਸਰੀ 'ਚ ਰਹਿੰਦਾ ਸੀ, ਜਿਹੜੇ ਵੀ ਇੰਡੀਆ ਤੋਂ ਬੰਦੇ ਆਉਣੇ ਸੀ, ਉਹਨਾਂ ਨੇ ਸਰੀ 'ਚ ਹੀ ਆਉਣਾ ਸੀ। ਸਰੀ ਦੀ ਪਾਪੂਲੇਸ਼ਨ ਗਰੋਥ ਵੱਧਦੀ ਗਈ। ਉਸ ਗਰੋਥ ਨੂੰ ਦੇਖ ਕੇ, ਜਿਸ ਤਰ੍ਹਾਂ ਮੈਂ ਉੱਥੇ ਪੰਜਾਬੀ ਮਾਰਕੀਟ ਸ਼ੁਰੂ ਕੀਤੀ ਸੀ, ਵੀ ਬਿਜ਼ਨਸ ਸ਼ੁਰੂ ਕੀਤਾ ਸੀ, ਸਰੀ ਦੇ ਵਿੱਚ ਵੀ ਲੋਕਾਂ ਨੇ ਆਪਣੇ ਬਿਜ਼ਨਸ ਸ਼ੁਰੂ ਕਰਨੇ ਸ਼ੁਰੂ ਕਰ ਲਿੱਤੇ। ਤੇ ਜਿਹੜਾ ਖਾਲਸਾ ਸੈਂਟਰ ਆ ਉਹ ਸਭ ਤੋਂ ਪਹਿਲਾਂ ਬਣਿਆ 84 ਤੇ ਤਾਂ 128 ਤੇ, ਉੱਥੇ ਥੋੜ੍ਹੀਆਂ ਸ਼ਾਪਾਂ ਸੀਗੀਆਂ। ਉਹਨਾਂ ਨੂੰ ਦੇਖ ਕੇ ਪਾਪੂਲੇਸ਼ਨ ਵੱਧਦੀ ਗਈ, ਬਿਜ਼ਨਸ ਖੁੱਲ੍ਹਦੇ ਗਏ, ਤੇ ਫਿਰ ਟ੍ਰੈਂਡ ਇਹ ਹੋ ਗਿਆ ਕਿ ਸਰੀ ਇਜ਼ ਚੀਪਰ ਦੈਨ ਵੈਨਕੂਵਰ, ਤੇ ਸਾਰੇ ਬਿਜ਼ਨਸ ਜਿਹੜੇ ਆ ਉਹ ਇਹਦੇ ਨੂੰ ਮੂਵ ਹੋਣ ਲੱਗ ਪਏ। ਕਿਉਂਕਿ ਸਾਡੇ ਮਾਰਕੀਟ ਦੇ ਵਿੱਚ ਇੰਨੀ ਡਿਮਾਂਡ ਹੋ ਗਈ ਸੀ। ਉੱਥੇ ਨਿੱਕਾ ਜਿਹਾ ਸਟੋਰ ਜਿਹੜਾ 30 ਫੀਟ ਬਾਈ 100 ਦਾ ਸੀ, ਉਹ 4000 ਉਹਦਾ ਕਿਰਾਇਆ ਹੋ ਗਿਆ ਸੀ। ਤੇ ਉਹ ਜਿਹੜੇ ਬਿਜ਼ਨਸਮੈਨ ਸੀ, ਉਹਨਾਂ ਨੇ ਸੋਚਿਆ ਨਹੀਂ ਹੁਣ ਚਲੋ ਸਰੀ ਚੱਲਦੇ, ਸਰੀ ਖੋਲ੍ਹਦੇ ਹਾਂ, ਗਰੋਸਰੀਆਂ ਦੁਕਾਨਾਂ ਇੱਧਰ ਨੂੰ ਆ ਗਈਆਂ, ਕੱਪੜੇ ਦੀਆਂ ਦੁਕਾਨਾਂ ਇੱਧਰ ਆ ਗਈਆਂ, ਜੂਲਰ ਇੱਧਰ ਆਉਣ ਲੱਗ ਪਏ। ਤੇ ਹੌਲੀ ਹੌਲੀ ਉਹ ਟ੍ਰੈਂਡ ਇੰਨਾ ਵੱਧ ਗਿਆ ਕਿ ਮਾਰਕੀਟ ਜਿਹੜੀ ਸੀਗੀ ਸਰੀ ਦੀ ਬਹੁਤ ਅਟਰੈਕਟਿਵ ਹੋ ਗਈ। ਤੇ ਹੁਣ ਸਾਡੀ ਜਿਹੜੀ ਉਹ ਮਾਰਕੀਟ ਆ ਉਹਦੇ ਵਿੱਚੋਂ ਵੀ ਜਿਹੜੇ ਬੜੇ ਬੜੇ ਬਿਜ਼ਨਸ ਆ, ਤੇ ਮੈਨੂੰ ਬੜੇ ਦੁੱਖ ਦੀ ਗੱਲ ਆ ਕਿ ਉੱਥੋਂ ਵੀ ਛੱਡ ਕੇ ਉਹ ਸਰੀ ਦੇ ਵਿੱਚ ਆ ਗਿਆ। ਇਸ ਤਰ੍ਹਾਂ ਸਰੀ ਆਉਣਾ ਸ਼ੁਰੂ ਹੋਇਆ। ਪਰ ਕੀ ਉੱਥੇ ਲੋਕ ਜਾਂਦੇ ਨਹੀਂ ਸੀ? ਕਿਉਂਕਿ ਵੈਨਕੂਵਰ ਦੀ ਜਿਹੜੀ ਆਪਣੀ ਆਬਾਦੀ ਕੀ ਉਸਨੇ ਵੀ ਇੱਥੇ ਸਰੀ 'ਚ ਆਉਣਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਅਸੀਂ ਸੁਣਿਆ ਕਿ ਪੰਜਾਬੀ ਮਾਰਕੀਟ ਜਿਹੜੀ ਤੁਹਾਡੀ ਵੈਨਕੂਵਰ ਦੀ ਸੀ, ਈਵਨ ਸ਼ਿਕਾਗੋ ਤੋਂ, ਈਵਨ ਸਾਊਥ ਆਪਣੇ ਆਊਟ ਆਫ ਦਾ ਬਾਰਡਰ, ਵੱਡੇ ਵੱਡੇ ਸ਼ਹਿਰਾਂ ਤੋਂ ਲੋਕ ਇੱਥੇ ਆ ਕੇ, ਸਿਐਟਲ ਤੋਂ ਜਾਂ ਕੈਲੀਫੋਰਨੀਆ ਤੋਂ ਵੀ ਲੋਕ ਆ ਕੇ ਇੱਥੇ ਪਸੰਦ ਕਰਦੇ ਸੀ ਸ਼ਾਪਿੰਗ ਕਰਨਾ। ਦੇਖੋ ਸਾਰੀ ਸ਼ਾਪਿੰਗ ਹੀ ਸੀਗੀ ਉੱਥੇ। ਪਹਿਲੀ ਗੱਲ ਤਾਂ ਪੁਆਇੰਟ ਇਹ ਹੈ, ਜਦ ਸ਼ਾਪਿੰਗ ਹੀ ਉੱਥੇ ਸੀ ਤਾਂ ਲੋਕਾਂ ਨੇ ਉੱਥੇ ਜਾਣਾ ਸੀ। ਦੂਜੀ, ਪੰਜਾਬੀ ਮਾਰਕੀਟ ਇੰਨੀ ਪਪੂਲਰ ਹੋ ਗਈ ਸੀ ਜਿਸ ਵੇਲੇ ਮੀਡੀਆ ਆਇਆ ਤੇ ਇੰਡੀਆ ਦੀਆਂ ਅਖਬਾਰਾਂ ਦੇ ਵਿੱਚ ਇਹਦੇ ਬਾਰੇ ਲੇਖ ਲਿਖੇ ਗਏ। ਜਿਹੜੇ ਇੱਥੇ ਸਾਹਿਤਕਾਰ ਆਏ, ਜਿਨ੍ਹਾਂ ਨੂੰ ਮੈਂ ਵੀ ਮਿਲਦਾ ਰਿਹਾ, ਉਹਨਾਂ ਨੂੰ ਇਹ ਰਿਕੁਐਸਟ ਕਰਨੀ ਪਈ ਪੰਜਾਬੀ ਮਾਰਕੀਟ ਜ਼ਰੂਰ ਦੇਖ ਕੇ ਜਾਣੀ, ਤਾਂ ਜਦ ਇੰਡੀਆ ਜਾਣਾ ਤਾਂ ਕਿਉਂਕਿ ਤੁਸੀਂ ਲਿਖਣ ਪੜ੍ਹਨ ਦੇ ਵਿੱਚ ਹੈਗੇ ਆ, ਤੁਸੀਂ ਮੀਡੀਆ 'ਚ ਆ, ਉੱਥੇ ਜਾ ਕੇ ਜ਼ਰੂਰ ਲਿਖਣਾ। ਬਹੁਤ ਸਾਰੇ ਲੇਖਕ ਜਿਹੜੇ ਇੱਥੇ ਜਾਏ ਆ, ਉੱਥੇ ਉਹਨਾਂ ਨੇ ਲਿਖਿਆ ਕਿ ਵੈਨਕੂਵਰ ਦੇ ਵਿੱਚ ਤਾਂ ਪੰਜਾਬੀ ਮਾਰਕੀਟ ਐਸਟੈਬਲਿਸ਼ ਹੋ ਚੁੱਕੀ ਆ। ਸੋ ਜਿਹੜੇ ਵੀ ਵਿਜ਼ਟਰ ਅਮਰੀਕਾ ਵਗੈਰਾ ਤੋਂ ਜਾਂ ਹੋਰ ਕਿਤੋਂ ਵੀ ਆਉਂਦੇ ਸੀ, ਉਹ ਪੰਜਾਬੀ ਮਾਰਕੀਟ ਦੇਖਣਾ ਜ਼ਰੂਰ ਚਾਹੁੰਦੇ ਸੀ। ਇਹੀ ਰੀਜਨ ਸੀ ਕਿ ਉੱਥੇ ਮਤਲਬ ਮਾਰਕੀਟ ਜਿਹੜੀ ਅਟਰੈਕਟਿਵ ਰਹੀ। ਤੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਉੱਥੇ ਦੇ ਕਿਰਾਏ ਵਗੈਰਾ ਜ਼ਿਆਦਾ ਵੱਧ ਗਏ, ਮਤਲਬ ਤੇ ਫਿਰ ਲੋਕੀ ਇੱਧਰ ਚੀਪਰ ਹੋਣ ਕਰਕੇ ਇੱਧਰ ਨੂੰ ਜ਼ਿਆਦਾ ਆਉਣ ਲੱਗ ਪਏ। ਤੇ ਵੈਨਕੂਵਰ ਦੇ ਜਿਹੜੀ ਕਸਟਮਰ ਸੀ ਉਹ ਨਹੀਂ ਉੱਥੋਂ ਹਟੇ ਕਿ ਉਹਨਾਂ ਨੇ ਬਹੁਤਾ ਨਹੀਂ ਇਸ ਉਸ ਵੱਲ ਧਿਆਨ ਦਿੱਤਾ। ਵੀ ਸਰੀ ਦੀਆਂ ਸ਼ੋਪਾਂ ਜਾਈਏ, ਉੱਥੇ ਸ਼ੋਪਿੰਗ ਕਰਦੇ ਰਹੇ, ਕਿਉਂਕਿ ਇੱਥੇ ਤੇ ਬਿਜ਼ਨਸ ਵੀ ਚੱਲਣ ਲੱਗ ਪਿਆ। ਪਾਪੂਲੇਸ਼ਨ ਦੀ ਗਰੋਥ ਤੇ ਡਿਪੈਂਡ ਕਰਦਾ ਸੀ, ਡਿਮਾਂਡ ਵਾਜ਼ ਹੀਅਰ ਇਨ ਸਰੀ, ਸੋ ਇਹ ਵੀ ਬਿਜ਼ਨਸ ਹੋਣ ਲੱਗ ਪਿਆ। ਲੇਕਿਨ ਅੱਜ ਟ੍ਰੈਂਡ ਇਹ ਹੋ ਗਿਆ ਕਿਉਂਕਿ ਇਹ ਸਰੀ ਦਾ ਜਿਹੜਾ ਸ਼ੋਪਿੰਗ ਸੈਂਟਰ ਆ ਇਹ ਜ਼ਿਆਦਾ ਵੱਡੇ ਹੋ ਗਏ, ਇੱਥੇ ਜ਼ਿਆਦਾ ਵੈਰਾਈਟੀ ਹੋ ਗਈ। ਹੁਣ ਇਹ ਟਰੂ ਆ ਵੀ ਜਿਹੜੇ ਵੈਨਕੂਵਰ ਦੇ ਵਿੱਚ ਆ ਜਾਂ ਬਾਹਰਲੇ ਲੋਕਾਂ ਤੋਂ ਜਿਹੜੇ ਸ਼ਹਿਰੋਂ ਆਉਂਦੇ ਆ, ਨਾਰਥ ਅਮਰੀਕਾ ਤੋਂ ਹੋਰ ਸ਼ਹਿਰਾਂ ਦੇ, ਉਹ ਸਰੀ ਦੇ ਵਿੱਚ ਹੁਣ ਜ਼ਰੂਰ ਆਉਂਦੇ। ਜਿੱਦਾਂ ਉੱਥੇ ਜ਼ਰੂਰ ਜਾਂਦੇ ਸੀ, ਹੁਣ ਉਹ ਦੇਖਦੇ ਆ ਵੀ ਜੇ ਸਰੀ ਨਾ ਅਸੀਂ ਗਏ ਤਾਂ ਸ਼ਾਇਦ ਅਸੀਂ ਕੋਈ ਨਾ ਕੋਈ ਚੀਜ਼
ਚੀਜ਼ ਮਿਸ ਕਰ ਰਹੇ ਹਾਂ। ਨਾਲੇ ਸਰਵਾਈਵਲ ਦੀ ਗੱਲ ਆ ਗਈ ਕਿ ਇੱਥੇ ਸਸਤਾ ਖਰਚੇ ਵੀ ਘੱਟ ਸੀ, ਕੀਮਤਾਂ ਵੀ ਉਸੇ ਹਿਸਾਬ ਨਾਲ ਫਿਰ ਘਟ ਜਾਂਦੀਆਂ ਸੀ। ਪਰ ਦੂਸਰੇ ਪਾਸੇ ਇੱਕ ਕਲੀਅਰ ਸਾਹਿਬ ਇਹ ਗੱਲ ਆਉਂਦੀ ਕਿ ਜਿਸ ਤਰ੍ਹਾਂ ਅਸੀਂ ਚਾਈਨੀਜ਼ ਮਾਰਕੀਟ ਦੇਖਦੇ ਹਾਂ, ਚਾਈਨੀਜ਼ ਲੋਕਾਂ ਦੀ ਜਿਹੜੀ ਚਾਈਨੀਜ਼ ਮਾਰਕੀਟ ਹੈਗੀ ਹੈ, ਵੈਂਕੂਵਰ ਵਿੱਚ ਵੀ ਹੈ, ਰਿਚਮੰਡ ਵਿੱਚ ਵੀ ਉਹਨਾਂ ਦੀ ਬਹੁਤ ਹੈਗੇ ਨੇ, ਲੇਕਿਨ ਉਹ ਜਿਹੜੀ ਓਰੀਜਨਲ ਮਾਰਕੀਟ ਉਹ ਅਜੇ ਵੀ ਹੋਂਦ ਵਿੱਚ ਹੈਗੀ ਹੈ, ਉਹ ਵੀ ਅਜੇ ਜਿਹੜੀ ਮੇਨ ਸਟਰੀਟ ਤੇ ਹੀ ਹੈਗੀ ਹੈ, ਉਹ ਚੱਲਦੀ ਹੈਗੀ ਹੈ। ਇਹਦੇ ਬਾਰੇ ਤੁਸੀਂ ਕੀ ਸਮਝਦੇ ਹੋ ਕਿ ਕੀ ਜਿਹੜਾ ਆਪਣੇ ਬਿਲਕੁਲ ਹੀ ਇੱਕ ਤਰ੍ਹਾਂ ਦੀ ਇਹ ਮਾਰਕੀਟ ਖਤਮ ਹੋ ਗਈ ਉੱਥੇ, ਆਉਣ ਵਾਲੇ ਸਮੇਂ 'ਚ ਤੁਸੀਂ ਕੀ ਦੇਖ ਰਹੇ ਹੋ ਇਸ ਨੂੰ? ਨਹੀਂ, ਸਾਡਾ ਉਸ ਰੀਜਨ ਇਹ ਨਹੀਂ, ਇਹ ਸਾਡਾ ਰੀਜਨ ਉੱਥੇ ਇੱਕ ਹੋਰ ਰੀਜਨ ਵੱਡਾ ਭਾਰੀ ਬਣਿਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀਆਂ ਦੁਕਾਨਾਂ ਜਿਸ ਵੇਲੇ ਮੈਂ ਸ਼ੁਰੂ ਕੀਤੀ ਹੈ 70 ਦੇ ਵਿੱਚ, ਉੱਥੇ ਕੋਈ ਵੀ ਕਮਰਸ਼ੀਅਲਾਈਜ਼ਡ ਹੈ, ਉਹਨਾਂ ਨੇ ਕੋਈ ਵੀ ਅਲਾਉ ਨਹੀਂ ਕੀਤਾ ਕਿ ਅਸੀਂ ਉਹਨੂੰ 2-4 ਬਲੋਕ ਹੋਰ ਵਧਾ ਲਈਏ। ਈਵਨ ਪਾਰਕਿੰਗ ਦੀ ਪ੍ਰੋਬਲਮ ਹੋਣ ਕਰਕੇ ਸਿਟੀ ਨੂੰ ਕਈ ਵਾਰੀ ਅਪਰੋਚ ਕੀਤੀ ਗਈ ਕਿ ਸਾਨੂੰ ਇਹਦੇ ਦੋਨੇ ਪਾਸੇ ਪਾਰਕਿੰਗ ਚਾਹੀਦੀ, ਉਹ ਪਾਰਕਿੰਗ ਵੀ ਨਹੀਂ ਮਿਲ ਸਕੀ। ਤੇ ਜੇ ਅਸੀਂ ਕਿਹਾ ਵੀ 48 ਤੋਂ 46 ਤੱਕ ਹੈ ਜਿਹੜਾ ਇਹਨੂੰ ਕਮਰਸ਼ੀਅਲ ਕਰ ਦਿੱਤਾ ਜਾਏ ਤਾਂ ਕਿ ਉੱਥੇ ਹੋਰ ਸ਼ਾਪਾਂ ਬਣ ਜਾਣ, ਕਿਉਂਕਿ ਜਗ੍ਹਾ ਦੀ ਤੰਗੀ ਹੋਣ ਕਰਕੇ ਹੋਰ ਉੱਥੇ ਬਿਜ਼ਨਸ ਐਕਸਪੈਂਡ ਨਹੀਂ ਹੋ ਰਿਹਾ। ਲੇਕਿਨ ਡਿਮਾਂਡ ਹੈ ਪੰਜਾਬੀ ਕਮਿਊਨਿਟੀ ਦੀ, ਜਾਂ ਜਿਹੜੇ ਵੀ ਬਿਜ਼ਨਸ ਹਿੰਦੁਸਤਾਨੀ ਲੋਕ ਬਿਜ਼ਨਸ ਕਰਦੇ ਸੀ, ਉਹਨਾਂ ਚੀਜ਼ਾਂ ਦੀ ਡਿਮਾਂਡ ਇੰਨੀ ਹੋ ਗਈ ਸੀ ਤੇ ਉਹਨਾਂ ਨੂੰ ਸਰੀ ਆ ਕੇ ਬੜੇ ਜਿਹੜੇ ਸਟੋਰ ਆ ਇੱਥੇ ਖੁੱਲ੍ਹਣੇ ਪਏ। ਜਿਸ ਤਰ੍ਹਾਂ ਹੁਣ ਪਾਇਲ ਸੈਂਟਰ ਦੇ ਵਿੱਚ ਦੇਖੋ ਕਿੰਨੇ ਸਟੋਰ ਆ, ਤੇ ਯਾਰਕ ਸ਼ਹਿਰ ਆ, ਤੇ ਮਤਲਬ ਇਸ ਤਰ੍ਹਾਂ ਹੋਈ ਆ ਕਿ ਉੱਥੇ ਜਿਹੜੇ ਸਾਡੇ ਬਿਜ਼ਨਸ ਸੀਗੇ ਉਹਦੀ ਜਗ੍ਹਾ ਦੀ ਜੇ ਉੱਥੇ ਸਾਨੂੰ ਹੈ ਨਾ ਮਤਲਬ ਕਮਰਸ਼ੀਅਲਾਈਜ਼ ਉਹ ਪ੍ਰੋਪਰਟੀ ਹੋਰ ਹੋ ਜਾਂਦੀ ਤੇ ਉੱਥੇ ਜਿੱਥੇ ਮੈਂ ਇਹ ਗੱਲ ਕੀਤੀ ਹੈ ਕਿ ਉੱਥੇ 96 ਬਿਜ਼ਨਸ ਸੀ, ਉੱਥੇ ਜੇ 200 ਬਿਜ਼ਨਸ ਹੋ ਜਾਂਦਾ, ਦੈਟ ਵਾਜ਼ ਨੈਵਰ ਟੂ ਮੂਵ। ਬਟ ਤੁਹਾਡੀ ਪੋਲੀਟੀਕਲ ਸਟਰੋਂਗ ਹੈਗੀ ਸੀ ਜੀ, ਆਪਣੀ ਇੱਕ ਹੋਲਡ ਹੈਗੀ ਸੀ, ਤੁਸੀਂ ਹੋ ਗਏ, ਦਲਜੀਤ ਸਿੰਘ ਸਿੱਧੂ ਹੋ ਗਏ, ਮਿਸਟਰ ਪਾਵਲਾ ਹੋ ਗਏ, ਪੋਲੀਟੀਕਲ ਲਿੰਕਸ ਹੈਗੇ ਸੀ, ਸਭ ਕੁਝ ਸੀ। ਕੀ ਸਿਟੀ ਦੇ ਵਿੱਚ ਜਾਂ ਪ੍ਰੋਵਿੰਸ ਦੇ ਵਿੱਚ ਕੋਈ ਗੱਲ ਬਣੀ ਨਹੀਂ, ਕੋਈ ਪ੍ਰੈਸ਼ਰ ਨਹੀਂ ਪਿਆ? ਨੋ, ਪ੍ਰੈਸ਼ਰ ਤਾਂ ਅਸੀਂ ਪੂਰਾ ਪਾਇਆ। ਜਿਸ ਤਰ੍ਹਾਂ ਦੱਸਿਆ ਵੀ ਹਰ ਪ੍ਰੀਮੀਅਰ ਵੀ ਪੰਜਾਬੀ ਮਾਰਕੀਟ ਆ ਕੇ ਸਾਨੂੰ ਵਾਅਦੇ ਕਰ ਜਾਂਦੇ ਸੀ, ਨਹੀਂ ਅਸੀਂ ਇਹ ਦੇਖਾਂਗੇ। ਸਿਟੀ ਵਾਲਿਆਂ ਨੇ ਹਰੇਕ ਸਾਲੇ ਜਿਸ ਵੇਲੇ ਇਲੈਕਸ਼ਨਾਂ ਹੋਣੀਆਂ ਤੇ ਸਾਰੇ ਉੱਥੇ ਜ਼ਰੂਰ ਆਉਂਦੇ ਸੀ, ਉਹਨਾਂ ਕਹਿਣਾ ਨਹੀਂ ਦੇਖਾਂਗੇ ਜੀ, ਇਹਨੂੰ ਕਮਰਸ਼ੀਅਲਾਈਜ਼ ਕਰਦੇ ਹਾਂ ਅਸੀਂ, ਤੁਹਾਡੀ ਪਾਰਕਿੰਗ ਦਾ ਵੀ ਕੁਛ ਕਰਦੇ ਹਾਂ। ਲੇਕਿਨ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਸੀ, ਤੇ ਇਸ ਕਰਕੇ ਉਹ ਐਕਸਟੈਂਸ਼ਨ ਨਹੀਂ ਹੋ ਸਕੀ, ਤੇ ਇੱਥੇ ਬੜੇ ਖੁੱਲੀਆਂ ਜਗ੍ਹਾ ਬਣ ਗਈਆਂ, ਤੇ ਇੱਧਰ ਨੂੰ ਸਾਰਾ ਬਿਜ਼ਨਸ ਜਿਹੜਾ ਨਾ ਹੋਣਾ ਇੱਕ ਮੇਜਰ ਕਾਰਨ ਬਣਿਆ ਇਸ ਮਾਰਕੀਟ ਦਾ ਨਾ ਸਕਸੈਸਫੁਲ ਹੋਣਾ, ਕਿਉਂਕਿ ਉਸ ਵੇਲੇ ਸਾਡੀ ਕਮਿਊਨਿਟੀ ਨੂੰ ਡਿਮਾਂਡ ਬਹੁਤ ਸੀ, ਸਾਡੇ ਬਿਜ਼ਨਸ ਹੋਰ ਖੁੱਲ੍ਹਣ ਦੇ ਚਾਂਸਸ ਬਹੁਤ ਸੀ। ਉਹਨਾਂ ਚਾਂਸਾਂ ਦੇ ਕਰਕੇ ਉਹ ਬਿਜ਼ਨਸ ਸਾਰੇ ਸਰੀ ਦੇ ਵਿੱਚ ਆ ਕੇ ਖੁੱਲ੍ਹ ਕੇ, ਜੇ ਉਸ ਮਾਰਕੀਟ ਦੇ ਵਿੱਚ ਉਹਨੂੰ ਐਕਸਟੈਂਸ਼ਨ ਹੋ ਜਾਂਦੀ, ਲੰਗਾਰਾ ਕਾਲਜ ਵੱਲ ਨੂੰ ਹੋ ਜਾਂਦੀ, ਜਾਂ ਉਰਲੇ ਪਾਸੇ ਨੂੰ ਫਰੇਜ਼ਰ ਵੱਲ ਹੋ ਜਾਂਦੀ, ਕੁਝ ਹੋਰ ਹੀ ਗੱਲ ਤੇ ਕੁਝ ਹੋਰ ਹੀ ਗੱਲ ਹੋਣੀ। ਅੱਛਾ, ਹਾਲ ਹੀ ਵਿੱਚ ਇੱਥੇ ਅਸੀਂ ਦੇਖਿਆ ਸੀ ਕਿ ਜਿਸ ਤਰ੍ਹਾਂ ਗੇਟਵੇ ਇੱਕ ਬਣਨ ਦੀ ਗੱਲ ਘੋਸ਼ਣਾ ਕੀਤੀ ਗਈ ਸੀ, ਕੀ ਉਹ ਕਿੱਥੋਂ ਤੱਕ ਗੱਲ ਪਹੁੰਚੀ ਹੈਗੀ, ਤੇ ਕੀ ਤੁਸੀਂ ਸਮਝਦੇ ਹੋ ਕਿ ਹੁਣ ਇਹ ਮਾਰਕੀਟ ਜਿਹੜੀ ਹੈਗੀ ਇੱਥੇ ਬਣਨਾ ਚਾਹੀਦਾ? ਬਣਨਾ ਚਾਹੀਦਾ ਨਹੀਂ, ਪਰ ਉਹਦੀ ਹੁਣ ਹਰਪ੍ਰੀਤ ਸਿੰਘ ਕੋਈ ਪੋਸੀਬਿਲਿਟੀ ਨਹੀਂ ਲੱਗਦੀ, ਕਿਉਂਕਿ ਇੱਕ ਤਾਂ ਇਹ ਹੋ ਗਿਆ ਕਿ ਮੀਡੀਆ ਦੇ ਥਰੂ, ਜਾਂ ਮਤਲਬ ਆਮ ਤੌਰ 'ਤੇ ਹੋ ਗਿਆ ਕਿ ਪੰਜਾਬੀ ਮਾਰਕੀਟ ਬਿਲਕੁਲ ਹੁਣ ਨਾ ਮਤਲਬ ਪਤਨ ਨਾਲੋਂ ਚੱਲ ਗਈ, ਡਾਊਨ ਹੋ ਗਈ ਆ, ਤੇ ਇਸ ਕਰਕੇ ਉਹਦੀ ਹੁਣ ਜਿਹੜੀ ਡਿਮਾਂਡ ਆ ਉਹ ਇੰਨੀ ਸਟਰੋਂਗ ਨਹੀਂ, ਕਿਉਂਕਿ ਜਿਹੜੇ ਉੱਤੇ ਬੰਦੇ ਵੀ ਬੈਠੇ ਆ, ਪੋਲੀਟੀਕਲ ਬੰਦੇ ਬੈਠੇ ਆ, ਉਹਨੇ ਕਾ ਦੇਖਣਾ ਨਹੀਂ ਸਰੀ 'ਚ ਬਿਜ਼ਨਸ ਬਹੁਤ ਆ, ਸਰੀ 'ਚ ਤਾਂ ਹੁਣ ਤੁਸੀਂ ਦੇਖਿਆ ਗਿਆ ਕੱਲ੍ਹ ਦੇ 'ਚ, ਤੇ ਤੁਸੀਂ ਕਹਿੰਦੇ ਜੀ ਇਹ ਲਿਟਲ ਇੰਡੀਆ ਬਣ ਜਾਣਾ ਜਾਂ ਇੰਡੀਆ ਟਾਊਨ ਬਣ ਜਾਣਾ, ਤੇ ਉਹ ਦੇਖੋ ਸਰੀ ਦੀ ਜਿਹੜੀ ਹੈਗੀ ਆ ਉਹ ਸਾਰੀ ਮਤਲਬ ਜਿਹੜੀ ਹੈਗੀ ਆ ਇੰਡਸਟਰੀਅਲ ਏਰੀਆ ਸੀ, ਉਹਨੂੰ ਹੁਣ ਉਹ ਕਮਰਸ਼ੀਅਲਾਈਜ਼ ਕਰ ਰਹੇ ਆ, ਤੇ ਉਹਦੇ ਵਿੱਚ ਉਹ ਕਹਿੰਦੇ ਵੀ ਇੱਥੇ ਇੰਡੀਆ ਟਾਊਨ ਬਣ ਜਾਣਾ। ਇਸ ਕਰਕੇ ਉੱਥੇ ਕੋਈ ਸੰਭਾਵਨਾ ਨਹੀਂ ਲੱਗਦੀ ਕਿ ਜਿਹੜੀ ਉਹ ਮੰਗ ਅਸੀਂ ਰੱਖੀ ਸੀ ਕਿ ਇੱਥੇ ਇੰਡੀਆ ਗੇਟ ਬਣਨਾ ਚਾਹੀਦਾ, ਉਹ ਪੋਸੀਬਿਲਿਟੀ ਨਹੀਂ ਲੱਗਦੀ। ਇੱਕ ਛੋਟੀ ਜਿਹੀ ਬ੍ਰੇਕ ਜੀ, ਵਾਪਸ ਆ ਕੇ ਹੋਰ ਗੱਲਬਾਤ ਕਰਨੀ ਹੈ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਕੁਝ ਕਾਰਨਾਂ ਕਰਕੇ ਤੇ ਮੇਜਰ ਕਾਰਨ ਇਹ ਸੀ ਕਿ ਇਹ ਵਿਕਸਿਤ ਨਹੀਂ ਹੋ ਸਕਿਆ, ਸਿਟੀ ਨੇ ਸਹਿਯੋਗ ਨਹੀਂ ਦਿੱਤਾ, ਸਰਕਾਰ ਨੇ ਸਹਿਯੋਗ ਨਹੀਂ ਦਿੱਤਾ, ਇਹ ਡਿਵੈਲਪ ਨਹੀਂ ਹੋ ਸਕਿਆ, 80-90 ਦੁਕਾਨਾਂ ਤੱਕ ਹੀ ਸੀਮਤ ਰਹਿ ਗਿਆ, ਤੇ ਕਿਉਂਕਿ ਸਰੀ ਦੇ ਵਿੱਚ ਬੜੇ ਵੱਡੇ ਪਲਾਜ਼ਾਸ ਬਣ ਗਏ, ਪਾਰਕਿੰਗ ਦੀਆਂ ਕੋਈ ਪ੍ਰੋਬਲਮ ਨਹੀਂ ਸੀ, ਕੀਮਤਾਂ ਘੱਟ ਸੀ ਕਿਰਾਏ ਦੀ, ਹੋਰ ਬੜੇ ਸਾਰੇ ਫੈਕਟਰਸ ਜਿਹੜੇ ਸੀ ਜਿਹਦੇ ਕਾਰਨ ਹੁਣ ਵੱਡੇ ਜਿਹੜੇ ਆਪਣੇ ਉੱਥੇ ਐਸਟੈਬਲਿਸ਼ਡ ਦੁਕਾਨਾਂ ਸੀ ਉਹ ਵੀ ਇੱਥੇ ਨੂੰ ਮੂਵ ਕਰ ਗਈਆਂ। ਕੀ ਕੁਝ ਹੋਰ ਕੀਤਾ ਜਾ ਸਕਦਾ ਹੈ ਕਿ ਉਸ ਹੈਰੀਟੇਜ, ਕਿਉਂਕਿ ਇੱਕ ਉਹ ਹੈਰੀਟੇਜ ਹੈ ਸਾਡੀ, ਜਿਸ ਤਰ੍ਹਾਂ ਤੁਸੀਂ ਇੱਕ ਕਹਿ ਸਕਦੇ ਹੋ ਕਿ ਜਿਸ ਤਰ੍ਹਾਂ ਚਾਈਨਾ ਟਾਊਨ ਦੀ ਅਸੀਂ ਗੱਲ ਕਰਨੇ, ਹਰ ਸ਼ਹਿਰ ਦੇ ਵਿੱਚ ਦੁਨੀਆ ਦਾ ਕੋਈ ਸ਼ਾਇਦ ਐਸਾ ਸ਼ਹਿਰ ਨਾ ਹੋਵੇ ਜਿੱਥੇ ਕਿ ਚਾਈਨਾ ਟਾਊਨ ਨਾ ਹੋਵੇ, ਜਿੱਥੇ ਵੀ ਚਾਈਨੀਜ਼ ਲੋਕ ਹੈ ਉਹਨਾਂ ਨੇ ਆਪਣਾ ਹੀ ਇੱਕ ਸੈਂਟਰ ਖੋਲ੍ਹਿਆ। ਸੋ ਸਾਡਾ ਜਿਹੜਾ ਪੰਜਾਬੀ ਮਾਰਕੀਟ ਵੈਂਕੂਵਰ ਜਿਹੜੀ ਕਿ ਸਾਡੀ ਇੱਕ ਹੈਰੀਟੇਜ ਵਾਂਗ ਹੋਣੀ ਚਾਹੀਦੀ ਹੈ, ਕੀ ਉਸ ਵਾਸਤੇ ਇਸ ਨੂੰ ਕੋਈ ਹੋਰ ਕੰਮ ਕੀਤਾ ਜਾਏ ਕਿ ਚਲੋ ਦੁਕਾਨਾਂ ਨਹੀਂ ਪਰ ਉੱਥੇ ਐਟਲੀਸਟ ਉਹ ਜਿਹੜੀ ਸਾਡੀ ਹੋਂਦ ਸੀ ਉਹ ਬਰਕਰਾਰ ਰਹੇ? ਇਹਦੇ ਬਾਰੇ ਗੱਲਬਾਤ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ। ਵਨਸ ਅਗੇਨ ਵੈਲਕਮ ਬੈਕ ਟੂ ਦ ਪ੍ਰੋਗਰਾਮ। ਸੁੱਚਾ ਸਿੰਘ ਕਲੇਰ ਜੀ ਸਾਨੂੰ ਜਾਣਕਾਰੀ ਦੇ ਰਹੇ ਨੇ ਕਿ ਕਿਸ ਤਰੀਕੇ ਨਾਲ ਸਰੀ ਦੀ ਮਾਰਕੀਟ ਜੋ ਹੈ ਉਸਨੇ ਓਵਰਟੇਕ ਕਰ ਲਿਆ ਪੰਜਾਬੀ ਮਾਰਕੀਟ ਵੈਂਕੂਵਰ ਨੂੰ। ਬਹੁਤ ਸਾਰੇ ਕਾਰਨਾਂ ਬਾਰੇ ਗੱਲਬਾਤ ਕੀਤੀ, ਪਰ ਜਿਹੜੀ ਉਹ ਉਸ ਮਾਰਕੀਟ ਦੀ ਜੋ ਸ਼ਾਨ ਸੀ ਜਿਸ ਕਾਰਨ ਪੰਜਾਬੀਆਂ ਦਾ ਨਾਂ ਪੂਰੇ ਹਿੰਦੁਸਤਾਨ ਤੋਂ ਇਲਾਵਾ ਪੂਰੇ ਦੁਨੀਆ ਵਿੱਚ ਵੀ ਮਸ਼ਹੂਰ ਹੋਇਆ, ਅਤੇ ਉਸ ਨੂੰ ਕੀ ਕੋਈ ਹੈਰੀਟੇਜ ਵਾਂਗੂ ਕੁਝ ਸੋਚ ਰਹੇ ਨੇ ਇਹਨਾਂ ਦੀ ਐਸੋਸੀਏਸ਼ਨ ਜਾਂ ਲੋਕ, ਕੀ ਹੋਣਾ ਚਾਹੀਦਾ ਹੈ? ਇਸ ਬਾਰੇ ਕੁਝ ਗੱਲਬਾਤ ਕਰਦੇ ਹਾਂ ਜੀ। ਜਿਸ ਤਰ੍ਹਾਂ ਹਰਪ੍ਰੀਤ ਸਿੰਘ ਇਕਨੋਮਿਕ ਦਾ ਇਹ ਰੂਲ ਆ, ਇਹਦੇ ਵਿੱਚ ਨਾ ਮਤਲਬ ਜਿਹੜਾ ਗ੍ਰਾਫ ਆ
ਅਪ ਐਂਡ ਡਾਊਨ ਜਾਂਦਾ ਰਹਿੰਦਾ, ਕਦੇ ਵੀ ਇਹ ਨਹੀਂ ਗਿਆ ਵੀ ਤਹਾਂ ਹੀ ਤਹਾਂ ਜੜੀਆਂ, ਨਹੀਂ ਤਾਂ ਕੋਈ ਇੰਡੀਅਨ ਹੋ ਜੇ ਅਪ ਐਂਡ ਡਾਊਨ ਰਹਿੰਦਾ। ਇਹ ਠੀਕ ਹੈ ਕਿ ਮਾਰਕੀਟ ਨੂੰ ਥੋੜਾ ਝਟਕਾ ਲੱਗਾ, ਲੇਕਿਨ ਜਿਹੜੀਆਂ ਉੱਥੇ ਦੀਆਂ ਸ਼ੋਪਾਂ ਆ ਉੱਥੇ ਹੋਰ ਬਿਜ਼ਨਸ ਆ ਜਾਣਗੇ, ਕਿਉਂਕਿ ਵੈਨਕੂਵਰ ਦੀ ਡਿਮਾਂਡ ਨੂੰ ਦੇਖਦੇ ਹੋਏ ਸਰੀ ਦੇ ਵਿੱਚ ਭਾਵੇਂ ਜਿੰਨਾ ਮਰਜ਼ੀ ਪ੍ਰਫੁੱਲਤ ਹੋ ਕੇ, ਲੇਕਿਨ ਉੱਥੇ ਮਾਰਕੀਟ ਦੇ ਵਿੱਚ ਹੋਰ ਸ਼ੋਪਾਂ ਨੇ। ਇਹ ਕਦੇ ਨਹੀਂ ਹੋਣਾ ਕਿ ਉਹ ਮਾਰਕੀਟ ਖਾਲੀ ਰਹਿਣੀ ਆ, ਇਟ ਵਿਲ ਟੇਕ ਅ ਟਾਈਮ। ਮੁੜ ਕੇ ਹੁਣ ਨਵੇਂ ਬਿਜ਼ਨਸ ਉੱਥੇ ਆ ਰਹੇ ਆ, ਆਪਣੀ ਕਮਿਊਨਿਟੀ ਦੇ ਵੀ ਆ ਰਹੇ, ਦੂਸਰੇ ਵੀ ਆ ਰਹੇ ਆ, ਲੇਕਿਨ ਉਹਦਾ ਜਿਹੜਾ ਨਾਂ ਆ ਉਹ ਤਾਂ ਉਹਦੀ ਹੈਰੀਟੇਜ ਜਿੱਦਾਂ ਤੁਸੀਂ ਕਹਿੰਦੇ ਉੱਥੇ ਰਹੇਗਾ। ਲੇਕਿਨ ਸਾਡੀ ਉੱਥੇ ਕੋਸ਼ਿਸ਼ ਵੀ ਪੂਰੀ ਹੋਏਗੀ, ਕਿਉਂਕਿ ਭਾਵੇਂ ਮੈਂ ਬਿਜ਼ਨਸ ਦੇ ਵਿੱਚ ਨਹੀਂ, ਕਿਉਂਕਿ ਮੈਂ ਉਹਦਾ ਮੋਢੀ ਹੋਣ ਦੇ ਨਾਤੇ, ਐਸੋਸੀਏਸ਼ਨ ਨਾਲ ਮੇਰੇ ਸੰਬੰਧ ਹੋਣ ਦੇ ਨਾਤੇ, ਅਸੀਂ ਉਹਨੂੰ ਐਜ਼ ਏ ਹੈਰੀਟੇਜ ਉਹਦਾ ਨਾਂ ਰੱਖਣ ਲਈ ਪੂਰੇ ਯਤਨਸ਼ੀਲ ਹਾਂ ਔਰ ਯਤਨਸ਼ੀਲ ਰਹਾਂਗੇ, ਤਾਂ ਕਿ ਉਹ ਮਾਰਕੀਟ ਦਾ ਨਾਂ ਉੱਥੇ ਬਣਿਆ ਰਹੇ। ਸੋ ਮੈਂ ਜਿਸ ਤਰ੍ਹਾਂ ਦੱਸਿਆ ਇੱਕ ਗ੍ਰਾਫ ਹੈ, ਲੇਕਿਨ ਉਹ ਪੰਜਾਬੀ ਮਾਰਕੀਟ ਵੈਨਕੂਵਰ ਦੇ ਵਿੱਚ ਵੈਲ ਐਸਟੈਬਲਿਸ਼ ਰਹੇਗੀ ਔਰ ਹੋਏਗੀ। ਓਕੇ, ਅੱਛਾ ਕਲੇਰ ਸਾਹਿਬ, ਜਿਸ ਤਰ੍ਹਾਂ ਤੁਹਾਡੀ ਐਸੋਸੀਏਸ਼ਨ ਬਣੀ ਸੀ ਉਸਨੇ ਵੀ ਜੋ ਕੁਝ ਕੀਤਾ ਉਹਦੇ ਸੰਬੰਧ ਵਿੱਚ ਥੋੜ੍ਹਾ ਦੱਸੋ ਕਿ ਜੋ ਕੁਝ ਤੁਸੀਂ ਕੰਮ ਕੀਤਾ, ਤੁਸੀਂ ਸਮਝਦੇ ਹੋ ਕੁਝ ਹੋਰ ਵੀ ਕੀਤਾ ਜਾ ਸਕਦਾ ਸੀ, ਜਾਂ ਜਿਹੜੀਆਂ ਅਚੀਵਮੈਂਟਸ ਤੁਹਾਡੀਆਂ ਹੋਈਆਂ, ਪ੍ਰਾਪਤੀਆਂ, ਉਸ ਤੋਂ ਤੁਸੀਂ ਸੰਤੁਸ਼ਟ ਹੋ? ਲੇਕਿਨ ਸਾਡੇ ਜਿਸ ਤਰ੍ਹਾਂ ਹੈਗੀ ਆ ਪੰਜਾਬੀ ਕਮਿਊਨਿਟੀ ਦੇ ਵਿੱਚ ਇੱਕ ਬੜੀ ਘਾਟ ਹੈਗੀ ਆ ਕਿ ਇਹਦੇ ਵਿੱਚ ਕੋਈ ਵੀ ਤੁਸੀਂ ਸੰਸਥਾ ਬਣਾਓ, ਜਿਹੜੇ ਉਹਨਾਂ ਦਾ ਕ੍ਰਿਟਿਸਿਜ਼ਮ ਹੋਣਾ ਸ਼ੁਰੂ ਹੋ ਜਾਂਦਾ ਔਰ ਉਹਦੇ ਵਿੱਚ ਸਪਲਿਟ ਹੋ ਜਾਂਦੀ ਹੈ। ਸਾਡੀ ਪੰਜਾਬੀ ਮਾਰਕੀਟ ਐਸੋਸੀਏਸ਼ਨ ਦੇ ਵਿੱਚ ਵੀ ਭਾਰੀ ਸਪਲਿਟ ਸ਼ੁਰੂ 'ਚ ਹੀ ਹੋ ਗਈ। ਉੱਥੇ ਇੱਕ ਇੰਡੀਆ ਮਾਰਕੀਟ ਐਸੋਸੀਏਸ਼ਨ ਬਣ ਗਈ, ਇੱਕ ਸਾਡੀ ਪੰਜਾਬੀ ਮਾਰਕੀਟ ਐਸੋਸੀਏਸ਼ਨ ਸੀ। ਉਹ 2-3 ਸਾਲ ਮਤਲਬ ਝਗੜਾ ਚੱਲਦਾ ਰਿਹਾ। ਮੈਂ ਉੱਤੇ ਕਾਫੀ ਕੁਝ ਲਿਖਿਆ ਵੀ ਕੀ ਹੋ ਰਿਹਾ ਹੈਗਾ, ਨਹੀਂ ਹੋਣਾ ਚਾਹੀਦਾ, ਲੇਕਿਨ ਫਿਰ ਉਹ ਹੌਲੀ ਹੌਲੀ ਹੁੰਦੀ ਇੱਕ ਹੋ ਗਈ। ਲੇਕਿਨ ਮੈਂ ਇਸ ਗੱਲ ਨਾਲ ਤੁਹਾਡੇ ਨਾਲ ਸਵਾਲ ਨਾਲ ਸਹਿਮਤ ਹਾਂ ਕਿ ਉੱਥੇ ਹੋਰ ਵੀ ਕੁਝ ਜ਼ਿਆਦਾ ਹੋ ਸਕਦਾ ਸੀ, ਜਿਹੜਾ ਐਸੋਸੀਏਸ਼ਨ ਆਰਗੇਨਾਈਜ਼ ਹੋ ਕੇ ਕਰ ਨਹੀਂ ਸਕੀ, ਕਿਉਂਕਿ ਅਸੀਂ ਜਿਹੜੀ ਆਪਣੀ ਡਿਮਾਂਡ ਸੀ ਉਹਨੂੰ ਪ੍ਰੋਪਰ ਤਰੀਕੇ ਨਾਲ ਕਈਆਂ ਥਾਂ 'ਤੇ ਜਿੱਥੇ ਲਿਜਾਣਾ ਚਾਹੀਦਾ ਸੀ ਉੱਥੇ ਲਿਜਾ ਨਹੀਂ ਸਕੇ, ਜਾਂ ਜਿਸ ਤਰ੍ਹਾਂ ਅਸੀਂ ਜਿਹੜੇ ਉੱਥੇ ਬਿਜ਼ਨਸਮੈਨ ਸੀ ਉਹਨਾਂ ਨੂੰ ਖੁਸ਼ ਨਹੀਂ ਕਰ ਰੱਖ ਸਕੇ। ਉਹਨਾਂ ਦਾ ਇਹ ਇਤਰਾਜ਼ ਆਉਂਦਾ ਰਿਹਾ ਕਿ ਐਸੋਸੀਏਸ਼ਨ ਕਰਦੀ ਕੁਰਦੀ ਤਾਂ ਕੁਛ ਨਹੀਂ, ਐਵੇਂ ਚੌਧਰੀ ਬਣੇ ਬੈਠੇ ਹੈਗੇ, ਲੇਕਿਨ ਉਹ ਜੋ ਕੁਛ ਫੈਸਿਲਿਟੀ ਚਾਹੁੰਦੇ ਸੀ, ਜਾਂ ਉਹ ਜੋ ਲੜਾਈ ਗੌਰਮੈਂਟ ਨਾਲ ਲੜਨੀ ਚਾਹੁੰਦੇ ਸੀ, ਜਾਂ ਉਹ ਹੋਰ ਸਹੂਲਤਾਂ ਜਿਹੜੀਆਂ ਲੈਣੀਆਂ ਚਾਹੁੰਦੇ ਸੀ, ਉਹ ਐਸੋਸੀਏਸ਼ਨ ਲੈ ਕੇ ਨਹੀਂ ਦੇ ਸਕੀ। ਇਹਨਾਂ ਮੈਂ ਸਹਿਮਤ ਹਾਂ ਔਰ ਇਹ ਸਮਝਦਾ ਕਿ ਸਾਡੇ ਲਈ ਇੱਕ ਬੜਾ ਹਾਲਟਿੰਗ ਹੈ ਪੁਆਇੰਟ ਸੀ। ਲਾਸਟਲੀ ਜੋ ਕੁਝ ਤੁਸੀਂ ਕੀਤਾ, ਜੋ ਰੀਕਲੈਕਟ ਕਰਦੇ ਹੋ, ਜੋ ਤੁਸੀਂ ਸਾਨੂੰ ਇਤਿਹਾਸ ਨਾਲ 2 ਸਾਡੇ ਐਪੀਸੋਡਸ ਵਿੱਚ ਜੋੜਿਆ ਹੈ, ਇਸ ਵਿੱਚੋਂ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਕਿਹੜੇ ਐਸਪਾਇਰਿੰਗ ਬਿਜ਼ਨਸਮੈਨ ਜਿਹੜੇ ਹੈਗੇ ਨੇ, ਜਿਹੜਾ ਕੁਝ ਇਸ ਫੀਲਡ ਵਿੱਚ ਆਉਣਾ ਚਾਹੁੰਦੇ ਨੇ, ਵਿਦ ਯੋਰ ਐਕਸਪੀਰੀਅੰਸ ਕੀ ਮੈਸੇਜ ਦੇਣਾ ਚਾਹੋਗੇ? ਵੈਲ ਬਿਜ਼ਨਸ ਦੇ ਵਿੱਚ ਆਉਣਾ ਜ਼ਰੂਰ ਚਾਹੀਦਾ। ਜਿਸ ਤਰ੍ਹਾਂ ਮੈਂ ਸ਼ੁਰੂ ਦੇ ਵਿੱਚ ਵੀ ਕਿਹਾ ਸੀਗਾ ਕਿ ਹਰ ਇੱਕ ਸਾਡੀ ਪੰਜਾਬੀਆਂ ਦੀ ਨੀਤੀ ਤਾਂ ਬਿਲਕੁਲ ਇਹ ਹੁੰਦੀ ਹੈ ਕਿ ਉਹ ਇੰਡੀਪੈਂਡੈਂਟ ਆਪਣਾ ਕੋਈ ਨਾ ਕੋਈ ਕਾਰੋਬਾਰ ਕਰਨਾ ਚਾਹੀਦਾ, ਉਹਦੇ ਵਿੱਚ ਓਨੈਸਟ ਰਹਿਣਾ ਚਾਹੀਦਾ, ਤਾਂ ਕਿ ਇੱਕ ਬਿਜ਼ਨਸ ਦਾ ਜਿਹੜਾ ਦੂਜੇ ਤੇ ਧੱਬਾ ਨਹੀਂ ਲੱਗਣਾ ਚਾਹੀਦਾ ਕਿ ਹਰਪ੍ਰੀਤ ਸਿੰਘ ਨੂੰ ਆਹ ਸ਼ੋਅ ਕੀਤਾ ਜੀ, ਇਹਦੇ ਵਿੱਚ ਇਹਨਾਂ ਕੀ ਚੰਦ ਚਾੜ ਦਿੱਤਾ ਜੀ। ਸੋ ਮਤਲਬ ਮਾਈ ਮੀਨਸ ਸਾਨੂੰ ਆਪਣੇ ਬਿਜ਼ਨਸ ਕਰਨੇ ਚਾਹੀਦੇ ਆ, ਓਨੈਸਟੀ ਨਾਲ ਕਰਨੇ ਚਾਹੀਦੇ ਆ, ਔਰ ਉਹਦੇ ਵਿੱਚ ਪੰਕਚੁਅਲਿਟੀ ਹੋਣੀ ਚਾਹੀਦੀ ਆ, ਤੇ ਜਿੰਨੀ ਵੀ ਉਹ ਸੇਵਾ ਕਮਿਊਨਿਟੀ ਦੀ ਕਰ ਸਕਣ, ਠੀਕ ਹੈ, ਕਿਉਂਕਿ ਇੱਥੇ ਡਿਪੈਂਡ ਹੋਏ ਬੋਥ ਵੇ ਟ੍ਰੈਫਿਕ। ਜਿਹੜੇ ਕਸਟਮਰ ਆ ਉਹਨਾਂ ਨੂੰ ਲੋੜ ਆ, ਜਿਹੜੇ ਬਿਜ਼ਨਸਮੈਨ ਆ ਉਹਨਾਂ ਨੂੰ ਸੇਲ ਕਰਨ ਦੀ ਲੋੜ ਆ। ਸੋ ਮੇਰਾ ਮਤਲਬ ਆ ਵੀ ਬਿਜ਼ਨਸ ਜ਼ਰੂਰ ਪ੍ਰਫੁੱਲਤ ਹੋਣੇ ਚਾਹੀਦੇ, ਔਰ ਮੈਂ ਕਹਿੰਦਾ ਵੀ ਜਿੰਨੇ ਵੀ ਬਿਜ਼ਨਸ ਵੱਧ ਤੋਂ ਵੱਧ ਹੋ ਸਕਣ, ਨਵੀਂ ਕੋਈ ਚੀਜ਼ ਹੈ ਜਿਹੜੀ ਅੱਜ ਕੱਲ੍ਹ ਦੀ ਯੰਗ ਜਨਰੇਸ਼ਨ ਹੈ ਜਿਹੜੀ ਉਹ ਪੜ੍ਹ ਰਹੀ ਆ, ਉਹ ਕਰਕੇ ਹੋਰ ਆਪਣੇ ਬਹੁਤ ਸਾਰੇ ਕਾਰੋਬਾਰ ਸ਼ੁਰੂ ਕਰ ਸਕਦੇ ਔਰ ਕਰਨੇ ਚਾਹੀਦੇ, ਉਹਨਾਂ ਸਾਡੀ ਕਮਿਊਨਿਟੀ ਦਾ ਜਿਹੜਾ ਮਾਣ ਆ ਉਹ ਵੱਧਦਾ। ਬਿਲਕੁਲ ਸਹੀ ਫਰਮਾਇਆ ਜੀ ਕਿ ਵਿਦ ਸਟਰੋਂਗ ਐਥਿਕਸ, ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਬਿਜ਼ਨਸ ਦੇ ਵਿੱਚ ਐਥਿਕਸ ਨੂੰ ਸਾਈਡਲਾਈਨ ਕਰ ਦਿੱਤਾ ਜਾਂਦਾ ਹੈ, ਪਰ ਉਹ ਬਹੁਤ ਦੇਰ ਸਕਸੈਸਫੁਲ ਨਹੀਂ ਹੁੰਦਾ। ਜੇਕਰ ਸਕਸੈਸ ਲੈਣਾ ਹੈ ਤਾਂ ਉਸ ਵਾਸਤੇ ਸਟਰੋਂਗ ਫੁਟਿੰਗ ਹੋਣੀ ਚਾਹੀਦੀ ਹੈ। ਕੁਝ ਐਥਿਕਸ ਦੇ ਨਾਲ ਜੇਕਰ ਕੰਮਕਾਜ ਕਰਾਂਗੇ ਤਾਂ ਆਟੋਮੈਟਿਕਲੀ ਜਦੋਂ ਹੈਗਾ ਪ੍ਰੋਫਿਟ ਹਰ ਕਿਸੇ ਨੇ ਕਮਾਉਣਾ ਹੈ, ਲੇਕਿਨ ਇਹ ਨਾ ਹੋਏ ਕਿ ਫਲੀਸ ਦੀ ਗੱਲ ਹੋ ਜਾਏ ਕਿ ਜੀ ਇੱਕੋ ਵਾਰੀ ਨਿਚੋੜ ਲਓ ਵਾਲੀ ਗੱਲ ਆ ਜਾਏ, ਜਾਂ ਜਿਸ ਤਰੀਕੇ ਨਾਲ ਜੋ ਅੱਜ ਸਾਡੇ ਸਮਾਜ ਵਿੱਚ ਹੋ ਰਿਹਾ ਅੰਡਰ ਕਟਿੰਗ ਇੰਨੀ ਚੱਲ ਪਈ ਹੈਗੀ ਕਿ ਇਹ ਨਹੀਂ ਦੇਖਣਾ ਕਿ ਅਸੀਂ ਕਿੱਥੇ ਖਲੋਤੇ ਆ, ਦੂਸਰੇ ਦਾ ਕੰਮ ਨਾ ਚੱਲੇ, ਇਹ ਵਾਲੀ ਸੋਚ ਨਾਲ ਜਦੋਂ ਕੰਮ ਹੁੰਦਾ ਹੈ ਤਾਂ ਫਿਰ ਨੁਕਸਾਨ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਐਂਡ ਬੈਸਟ ਵਿਸ਼ੇਸ। ਹਰਪ੍ਰੀਤ ਸਿੰਘ, ਮੈਂ ਤੁਹਾਡੀ ਅੱਜ ਦੀ ਲਾਸਟ ਸਟੇਟਮੈਂਟ ਕਹੀ ਆ, ਮੈਂ ਇਹਨਾਂ ਬਿਲਕੁਲ ਐਗਰੀ ਹਾਂ। ਐਥਿਕ ਹੈ ਜਿਹੜਾ ਉਹ ਪਰੇ ਨਹੀਂ ਹੋਣਾ ਚਾਹੀਦਾ, ਦੈਨ ਸਾਡੀ ਕਮਿਊਨਿਟੀ ਦਾ ਮਾਣ ਆ ਔਰ ਪ੍ਰੋਫਿਟ ਵੀ ਆ ਉਹਦੇ ਵਿੱਚ। ਬਿਲਕੁਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸ਼ੁਭਕਾਮਨਾਵਾਂ। ਥੈਂਕ ਯੂ।